ਹੈਲੋ ਫਰੈਂਡਸ, ਅੱਜ ਅਸੀਂ ਚੈਪਟਰ ਨੰਬਰ 1 ਸੈਟਸ ਜਿਹੜਾ ਹੈ ਇਹਦੇ ਬਾਰੇ ਡਿਸਕਸ ਕਰਾਂਗੇ। ਸੋ ਸੈਟਸ ਕੀ ਨੇ? ਸੋ ਸੈਟ ਹੁੰਦਾ ਹੈ ਸਾਡੇ ਪਾਸ ਓਬਜੈਕਟਸ ਦਾ ਕੋਈ ਗਰੁੱਪ ਜਿਹੜੇ ਕਿ ਕਿਸੇ ਸਪੈਸੀਫਿਕ ਰਿਲੇਸ਼ਨ ਦੇ ਨਾਲ ਜਾਂ ਸਪੈਸੀਫਿਕ ਪ੍ਰੋਪਰਟੀ ਦੇ ਨਾਲ ਆਪਸ ਦੇ ਵਿੱਚ ਜੁੜੇ ਹੋਏ ਹੁੰਦੇ ਨੇ। ਕਹਿਣ ਤੋਂ ਭਾਵ ਕੀ ਹੈ ਕਿ ਸਪੋਜ਼ ਤੁਸੀਂ ਕੋਈ ਕਿਸੇ ਵੀ ਚੀਜ਼ ਦੀ ਗੱਲ ਕਰਦੇ ਹੋ, ਉਹਨਾਂ ਦੇ ਵਿੱਚ ਕੋਈ ਯੂਨੀਕ ਪ੍ਰੋਪਰਟੀ ਕਾਮਨ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਤੁਸੀਂ ਸਟੂਡੈਂਟ ਹੋ, ਸਪੋਜ਼ ਸਾਡੇ ਪਾਸ ਸੈੱਟ ਏ ਹੈ, ਤਾਂ ਆਪਣੀ ਇਹ ਸੈੱਟ ਦਾ ਸਾਈਨ ਹੈ, ਯੂਜ਼ ਕੀਤਾ ਜਾਂਦਾ ਹੈ ਸਾਈਨ ਫॉर ਸੈਟਸ, ਇਹ ਵਾਲਾ। ਸੋ ਇਹ ਸਪੋਜ਼ ਕੋਈ ਸੈੱਟ ਹੈ ਸਟੂਡੈਂਟਸ ਆਫ +1 ਕਲਾਸ, ਸਟੂਡੈਂਟਸ ਆਫ +1 ਕਲਾਸ। ਸੋ ਇਹਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਪ੍ਰੋਪਰਟੀ, ਇੱਕ ਜਿਹੜੀ ਕਹਿ ਲਓ ਉਹਨਾਂ ਦੇ ਵਿੱਚ ਕਾਮਨ ਹੋ ਗਈ ਹੈ, ਪਰਟੀਕੂਲਰ ਹੋ ਗਈ ਹੈ ਕਿ ਸਾਰੇ ਸਟੂਡੈਂਟ ਕਿਹੜੇ ਨੇ, +1 ਕਲਾਸ ਦੇ ਨੇ। ਹੋਰ ਕੋਈ ਐਗਜ਼ਾਮਪਲ ਲੈ ਲੈਂਦੇ ਹਾਂ, ਪ੍ਰੈਜ਼ੀਡੈਂਟਸ ਆਫ ਇੰਡੀਆ। ਇਹ ਵੀ ਇੱਕ ਸੈੱਟ ਹੈ, ਇਸ ਦੇ ਵਿੱਚ ਅਸੀਂ ਨੇਮ ਲਿਖ ਦਿਆਂਗੇ। ਸੋ ਸੈੱਟ ਦੇ ਲਈ ਇਹ ਵਾਲਾ ਸਾਈਨ ਯੂਜ਼ ਕਰਾਂਗੇ ਅਸੀਂ। ਜੇਕਰ ਮੈਂ ਇਸ ਸੈੱਟ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਕਿਸੇ ਮੈਂਬਰ, ਸਪੋਜ਼ ਮੈਂ ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਦੀ ਗੱਲ ਕਰਦਾ ਹੈ, ਤਾਂ ਕੀ ਉਹ ਇਸ ਦਾ ਪਾਰਟ ਹੋਏਗਾ? ਕਿਉਂਕਿ ਅਸੀਂ ਸੈੱਟ ਦੇ ਵਿੱਚ ਕੇਵਲ ਅਤੇ ਕੇਵਲ ਪ੍ਰੈਜ਼ੀਡੈਂਟਸ ਆਫ ਇੰਡੀਆ ਲੈ ਰਹੇ ਹਾਂ। ਸੋ ਜੋ ਓਬਾਮਾ ਹੈ, ਪ੍ਰੈਜ਼ੀਡੈਂਟ ਓਬਾਮਾ ਹੈ, ਉਹ ਇਸ ਸੈੱਟ ਦਾ ਮੈਂਬਰ ਨਹੀਂ ਹੈ, ਡਜ਼ ਨਾਟ ਬਿਲੋਂਗਸ ਟੂ ਦਿਸ ਸੈੱਟ, ਤਾਂ ਆਪਾਂ ਕਹਾਂਗੇ ਉਹ ਇਸ ਦੇ ਵਿੱਚ ਨਹੀਂ ਹੈ। ਸੋ ਯੂਨੀਕ ਪ੍ਰੋਪਰਟੀ ਕੀ ਹੈ ਕਿ ਸਾਰੇ ਸਾਡੇ ਕੋਲ ਕੀ ਹੋਣੇ ਚਾਹੀਦੇ ਨੇ, ਪ੍ਰੈਜ਼ੀਡੈਂਟ ਆਫ ਇੰਡੀਆ ਹੀ ਹੋਣੇ ਚਾਹੀਦੇ ਨੇ ਇਸ ਸੈੱਟ ਦੇ ਵਿੱਚ। ਸੋ ਸੈੱਟ ਨੂੰ ਰੀਡ ਕਿਵੇਂ ਕਰਨਾ ਹੈ, ਲਿਖਣਾ ਕਿਵੇਂ ਆ ਅਸੀਂ, ਸੋ ਉਸ ਬਾਰੇ ਵੀ ਜਾਣ ਲੈਂਦੇ ਆਪਾਂ। ਜੋ ਸੈੱਟ ਨੇ ਉਹਨਾਂ ਨੂੰ ਅਸੀਂ ਕੈਪੀਟਲ ਲੈਟਰ ਦੇ ਨਾਲ ਲਿਖਦੇ ਹਾਂ। ਪਹਿਲੀ ਗੱਲ ਤਾਂ ABC ਕੋਈ ਵੀ ਲੈ ਸਕਦੇ ਹਾਂ ਆਪਾਂ। ਸੋ ਰੀਡ ਕਿਵੇਂ ਕਰਨਾ, ਇਹ ਸੈੱਟ ਆਫ ਆਲ, ਇਹ ਸਾਡੇ ਪਾਸ ਕੀ ਹੈ, ਇਜ਼ ਅ ਸੈੱਟ ਆਫ, ਇਹ ਸੈੱਟ ਆਫ ਆਲ ਐਕਸ, ਕੋਈ ਵੀ ਨੇਮ ਹੈ ਐਕਸ। ਇਸ ਤੋਂ ਬਾਅਦ ਸੱਚ ਦੈਟ, ਇਹ ਸਾਡੇ ਪਾਸ ਸੱਚ ਦੈਟ ਹੈ, ਪ੍ਰੋਪਰਟੀ ਸ਼ੁਰੂ ਹੁੰਦੀ ਹੈ, ਅਸੀਂ ਦੱਸਾਂਗੇ ਕਿ ਕੀ ਆਉਣਾ ਹੈ। ਸੱਚ ਦੈਟ ਐਕਸ ਇਜ਼ ਪ੍ਰੈਜ਼ੀਡੈਂਟ ਆਫ ਇੰਡੀਆ। ਇਸ ਨੂੰ ਲਿਖਣ ਦਾ ਤਰੀਕਾ ਹੈ, A is a set of all those x such that x is the president of India। x ਦੇ ਜਿਹੜੇ ਵੀ ਇੰਡੀਆ ਦੇ ਵਿੱਚ ਪ੍ਰੈਜ਼ੀਡੈਂਟ ਸੀ, x ਪ੍ਰੈਜ਼ੀਡੈਂਟ ਹੋਣਾ ਚਾਹੀਦਾ ਹੈ। ਸੋ ਜਿਹੜੇ ਵੀ ਇੰਡੀਆ ਦੇ ਹੁਣ ਤੱਕ ਪ੍ਰੈਜ਼ੀਡੈਂਟ ਰਹੇ ਨੇ, ਉਹਨਾਂ ਦੇ ਸਾਰਿਆਂ ਦੇ ਕੀ ਆ ਜਾਣਗੇ, ਨੇਮ ਆ ਜਾਣਗੇ ਇਸ ਦੇ ਵਿੱਚ। ਸੋ ਇਸ ਨੂੰ ਲਿਖਣ ਦਾ, ਇਸ ਨੂੰ ਪੜ੍ਹਨ ਦਾ ਇਹ ਤਰੀਕਾ ਹੈ, A is a set of all those x such that x is a president of India। ਈਵਨ ਅਸੀਂ ਨੰਬਰ ਸਿਸਟਮ ਦੇ ਉੱਪਰ ਵੀ ਇਸ ਨੂੰ ਅਪਲਾਈ ਕਰ ਸਕਦੇ ਹਾਂ। ਜੋ ਅਸੀਂ ਵੱਖ-ਵੱਖ ਹੁਣ ਤੱਕ ਨੰਬਰਸ ਪੜ੍ਹੇ ਨੇ, ਲਾਈਕ ਨੈਚੁਰਲ ਨੰਬਰਸ। ਸੋ ਨੈਚੁਰਲ ਨੰਬਰ ਦੇ ਲਈ ਅਸੀਂ n ਯੂਜ਼ ਕਰਦੇ ਹਾਂ, ਸੈੱਟ ਆਫ ਨੈਚੁਰਲ ਨੰਬਰਸ, ਸੈੱਟ ਆਫ ਨੈਚੁਰਲ ਨੰਬਰਸ। ਦੂਸਰੇ ਅਸੀਂ ਪੜ੍ਹੇ ਨੇ ਇੰਟੀਜਰਸ। ਇੰਟੀਜਰਸ ਦੇ ਲਈ ਅਸੀਂ z ਯੂਜ਼ ਕਰਦੇ ਹਾਂ, ਦਿਸ ਇਜ਼ ਸੈੱਟ ਆਫ ਇੰਟੀਜਰਸ। ਇਹ ਤੁਹਾਨੂੰ ਯਾਦ ਕਰਨੇ ਪੈਣੇ ਨੇ। ਇਸੇ ਤਰ੍ਹਾਂ ਸਾਡੇ ਪਾਸ ਰੈਸ਼ਨਲਸ ਆਉਂਦੇ ਨੇ, ਰੈਸ਼ਨਲ ਨੰਬਰਸ, ਉਸ ਦੇ ਲਈ ਅਸੀਂ Q ਯੂਜ਼ ਕਰਦੇ ਹਾਂ, ਸੈੱਟ ਆਫ ਰੈਸ਼ਨਲਸ। ਅਤੇ ਲਾਸਟ ਦੇ ਵਿੱਚ ਸਾਡੇ ਪਾਸ ਰੀਅਲ ਨੰਬਰਸ ਆਉਂਦੇ ਨੇ, R ਯੂਜ਼ ਕਰਦੇ ਹਾਂ ਅਸੀਂ, ਸੈੱਟ ਆਫ ਰੀਅਲ ਨੰਬਰਸ। ਸੋ ਇਹ ਜਿਹੜੀਆਂ ਐਬਰੀਵੇਸ਼ਨਸ ਨੇ ਤੁਹਾਨੂੰ ਯਾਦ ਕਰਨੀਆਂ ਚਾਹੀਦੀਆਂ ਨੇ। ਈਵਨ ਪੋਜ਼ੀਟਿਵ ਇੰਟੀਜਰਸ ਦੇ ਲਈ ਅਸੀਂ Z ਪੋਜ਼ੀਟਿਵ ਯੂਜ਼ ਕਰ ਲੈਂਦੇ ਹਾਂ, ਕਿਉਂਕਿ ਇੰਟੀਜਰਸ ਨੈਗੇਟਿਵ ਵੀ ਹੁੰਦੇ ਨੇ। ਇਸੇ ਤਰ੍ਹਾਂ ਰੈਸ਼ਨਲਸ ਜੇਕਰ ਅਸੀਂ ਪੋਜ਼ੀਟਿਵ ਲੈਣੇ ਨੇ ਤਾਂ Q ਦੇ ਉੱਪਰ ਪੋਜ਼ੀਟਿਵ ਸਾਈਨ ਪਾ ਸਕਦੇ ਹਾਂ, ਨੈਗੇਟਿਵ ਸਾਈਨ ਪਾ ਸਕਦੇ ਹਾਂ। ਰੀਅਲਸ ਦੇ ਉੱਪਰ ਵੀ ਅਸੀਂ ਪੋਜ਼ੀਟਿਵ ਅਤੇ ਨੈਗੇਟਿਵ ਸਾਈਨ ਲੈ ਲੈਂਦੇ ਹਾਂ। ਸੈੱਟ ਆਫ ਪੋਜ਼ੀਟਿਵ ਰੀਅਲ ਨੰਬਰਸ, ਸੈੱਟ ਆਫ ਪੋਜ਼ੀਟਿਵ ਰੈਸ਼ਨਲਸ, ਸੈੱਟ ਆਫ ਪੋਜ਼ੀਟਿਵ ਇੰਟੀਜਰਸ। ਨੈਗੇਟਿਵ ਵੀ ਲੈ ਸਕਦੇ, ਨੈਗੇਟਿਵ ਇੰਟੀਜਰਸ ਲੈ ਸਕਦੇ ਹਾਂ। ਸੋ ਇਹ ਬੇਸਿਕ ਜਿਹੜੇ ਸੈਟਸ ਨੇ ਨੰਬਰ ਸਿਸਟਮ ਦੇ ਵਿੱਚੋਂ ਅਸੀਂ ਯੂਜ਼ ਕਰਦੇ ਹਾਂ। ਸੋ ਸੈਟਸ ਨੂੰ ਲਿਖਣ ਦੇ ਸਾਡੇ ਪਾਸ ਦੋ ਤਰੀਕੇ ਨੇ, ਉਹ ਵੀ ਆਪਾਂ ਡਿਸਕਸ ਕਰਦੇ ਹਾਂ। ਸੋ ਸੈਟਸ ਨੂੰ ਅਸੀਂ ਦੋ ਤਰ੍ਹਾਂ ਨਾਲ ਰੀਪ੍ਰਜੈਂਟ ਕਰ ਸਕਦੇ ਹਾਂ। ਫਸਟ ਸਾਡੇ ਪਾਸ ਰੋਸਟਰ ਫਾਰਮ, ਜਿਸ ਨੂੰ ਅਸੀਂ ਟੇਬੂਲਰ ਫਾਰਮ ਵੀ ਬੋਲਦੇ ਹਾਂ। ਦੂਸਰਾ ਸਾਡੇ ਪਾਸ ਹੈ ਸੈੱਟ ਬਿਲਡਰ ਫਾਰਮ। ਸੋ ਜਿਹੜੀ ਰੋਸਟਰ ਫਾਰਮ ਹੈ ਜਾਂ ਟੇਬੂਲਰ ਫਾਰਮ ਹੈ, ਇਸ ਦੇ ਵਿੱਚ ਅਸੀਂ ਜੋ ਸੈੱਟ ਦੇ ਪਾਰਟਸ ਨੇ, ਸੈੱਟ ਦੇ ਜਿਹੜੇ ਐਲੀਮੈਂਟਸ ਨੇ, ਉਸ ਦੇ ਮੈਂਬਰ ਨੇ, ਉਸ ਨੂੰ ਅਸੀਂ ਇਕੱਲੇ ਇਕੱਲੇ ਨੂੰ ਸਪੈਸੀਫਿਕ ਲਿਖਦੇ ਹਾਂ।
जिस तरह सपोज मेरे पास सैट ए है, ए इज़ अ सैट ऑफ ऑल वॉवल्स, साढ़े पास वॉवल्स का सैट है, तो मैं इत्थे लिख देना ए ई आई ओ यू। इत्थे मैं इकल्ले इकल्ले मैंबर नूं स्पैसीफिकली लिखिया है, इत्थे नहीं लिखिया कि ए दे विच कंडीशन नहीं लिखी है कि की कंडीशन है, किहड़ी यूनीक प्रॉपर्टी है जिहड़ी इन्हां दे विच जुड़ी हुई है, जिन्हें सारिਆਂ ਦੇ ਵਿੱਚ कॉमन है। मैं इकल्ला इकल्ला मैंबर लिखिया है ए ई आई ओ यू। कोई होर सैट लै लैने, सपोज आपां सपोज सैट ऑफ नैचुरल्स लै लैने, नैचुरल नंबरस। इस दे विच मैं कुछ लिख दिंदा 1 2 3 4। सो इसका जोड़ा हर एलीमेंट है वो मैं मैंशन किया है। सो इसनों असीं बोलते हैं रोस्टर फॉर्म। जो साढ़े पास सैट बिल्डर फॉर्म है उस दे विच असीं सैट दे विच जो मैंबर ने वो नहीं लिखते, उस दे विच असीं उन्हां दी प्रॉपर्टी लिखते हैं। तो सैट नूं सानूं बिल्ड करना पएगा, सैट बिल्डर फॉर्म बिल्ड करना है। सैट सानूं क्लीयरली मैंबरस नहीं दिते ने। लाइक सपोज ए इज़ अ सैट ऑफ ऑल दोज एक्स सच दैट एक्स is a vowel in English alphabet। जिहड़ा x है वो इंग्लिश अल्फाबैट का वॉवल होना चाहिए है। इसी तरह जेकर इसनूं मैं सैट बिल्डर फॉर्म दे विच लिखना होवे n is the set of all those x such that x is a natural number। सो ये की है सैट बिल्डर फॉर्म आ। असीं इहदे विच कंडीशन लिखी है, यूनीक प्रॉपर्टी मैंशन की है। असीं जिहड़े उहदे मैंबरस ने उन्हां दे नाम नहीं लिखे ने। लाइक एक्स इज़ अ वॉवल। सो सानूं अंडरस्टैंडिंग होनी चाहिए है कि वॉवल किहड़े किहड़े ने, ए ई आई ओ यू। इत्थे असीं जो वॉवल्स ने असीं क्लीयरली लिखते ने, असीं इन्हां दी प्रॉपर्टी नहीं लिखी है। सो ये रोस्टर फॉर्म है, ये साढ़े पास सैट बिल्डर फॉर्म है। सो एक्सरसाइज 1.1 ਦੇ ਵਿੱਚ ਇਹ ਦੋਨੋਂ ਫਾਰਮਸ ਦੇ ਬੇਸ ਸਾਡੇ ਪਾਸ ਕੁਐਸਚਨ ਆਣੇ ਨੇ। ਇੱਕ ਦੋ ਕੰਡੀਸ਼ਨਸ ਹੋਰ ਅਸੀਂ ਜੋ ਸਾਈਨਸ ਅਸੀਂ ਯੂਜ਼ ਕਰਦੇ ਹਾਂ ਸੈੱਟ ਦੇ ਵਿੱਚ ਉਹ ਵੀ ਆਪਾਂ ਸਿੱਖ ਲੈਂਦੇ ਹਾਂ। ਇੱਕ ਅਸੀਂ ਸਾਈਨ ਯੂਜ਼ ਕਰਦੇ ਹਾਂ ਇਹ ਵਾਲਾ, ਵੈਸੇ ਤਾਂ ਇਹ ਐਪਸਾਈਲਨ, ਬਟ ਮੈਂ ਇੱਥੇ ਅਸੀਂ ਇਸ ਨੂੰ ਯੂਜ਼ ਕਰਦੇ ਹਾਂ ਬਿਲੋਂਗਸ ਟੂ ਦੇ ਲਈ। ਬਿਲੋਂਗਸ ਟੂ ਦਾ ਮੀਨਿੰਗ ਇਹ ਹੈ ਕਿ ਕੋਈ ਮੈਂਬਰ ਜਿਹੜਾ ਹੈ, ਸਪੋਜ਼ ਮੈਂ ਇੱਥੇ ਇੱਕ ਏ ਚੂਜ਼ ਕਰ ਲੈਂਦਾ, ਇਹ ਵਾਲਾ ਮੈਂਬਰ ਏ, ਕੀ ਇਹ ਸੈੱਟ ਦਾ ਮੈਂਬਰ ਹੈ? ਯੈਸ, ਏ ਬਿਲੋਂਗਸ ਟੂ ਸੈੱਟ ਏ। ਏ ਜਿਹੜਾ ਹੈ ਉਹ ਸੈੱਟ ਨੂੰ ਬਿਲੋਂਗ ਕਰਦਾ ਹੈ। ਜੇਕਰ ਮੈਂਬਰ ਹੈ ਤਾਂ ਅਸੀਂ ਬਿਲੋਂਗਸ ਟੂ ਯੂਜ਼ ਕਰਨਾ ਹੈ, ਜੇ ਮੈਂਬਰ ਨਹੀਂ ਹੈ ਦੈਨ ਡਜ਼ ਨਾਟ ਬਿਲੋਂਗਸ ਟੂ। ਸਪੋਜ਼ ਮੈਂ ਐਫ ਲੈ ਲਿਆ, ਕੀ ਐਫ ਬਿਲੋਂਗ ਕਰਦਾ ਹੈ ਇਹਨੂੰ? ਨੋ, ਐਫ ਡਜ਼ ਨਾਟ ਬਿਲੋਂਗਸ ਟੂ ਏ। ਤਾਂ ਇਹ ਅਸੀਂ ਯੂਜ਼ ਕਰਦੇ ਹਾਂ ਡਜ਼ ਨਾਟ ਬਿਲੋਂਗਸ ਟੂ, ਇਹ ਵਾਲਾ ਸਾਈਨ। ਸੋ ਇਹ ਦੋ ਸਾਈਨ ਅਸੀਂ 1.1 ਐਕਸਰਸਾਈਜ਼ ਦੇ ਵਿੱਚ ਯੂਜ਼ ਕਰਨੇ ਆ। ਜਦੋਂ ਐਲੀਮੈਂਟ ਜਿਹੜਾ ਹੈ ਸੈੱਟ ਦਾ ਪਾਰਟ ਹੈਗਾ, ਸੈੱਟ ਦਾ ਮੈਂਬਰ ਹੈਗਾ, ਤਾਂ ਅਸੀਂ ਬੋਲਣਾ ਹੈ ਏ ਬਿਲੋਂਗਸ ਟੂ ਸੈੱਟ ਏ ਜਾਂ ਈ ਬਿਲੋਂਗਸ ਟੂ ਸੈੱਟ ਏ। ਕੋਈ ਹੋਰ ਨੰਬਰ Z ਡਜ਼ ਨਾਟ ਬਿਲੋਂਗਸ ਟੂ ਸੈੱਟ ਏ। ਸੋ ਇਸ ਨੂੰ ਬੋਲਣਾ ਕਿਵੇਂ ਆ? ਈ ਬਿਲੋਂਗਸ ਟੂ ਸੈੱਟ A, Z does not belongs to set A। ਸੋ ਐਕਸਰਸਾਈਜ਼ 1.1 ਜਿਹੜੀ ਸਟਾਰਟ ਕਰਦੇ ਹਾਂ ਆਪਾਂ। ਸੋ ਐਕਸਰਸਾਈਜ਼ 1.1 ਦਾ ਜਿਹੜਾ ਫਸਟ ਕੁਐਸਚਨ ਹੈ ਸਾਡੇ ਪਾਸ, ਉਸ ਦੇ ਵਿੱਚ ਅਸੀਂ ਦੱਸਣਾ ਹੈ ਕਿ ਕਿਹੜੀ ਕੰਡੀਸ਼ਨ ਜਿਹੜੀ ਹੈ ਉਹ ਕਿਸੇ ਸੈੱਟ ਦੇ ਲਈ ਸਹੀ ਹੈ ਜਾਂ ਨਹੀਂ ਹੈ, ਉਹ ਸੈੱਟ ਬਣ ਸਕਦਾ ਜਾਂ ਨਹੀਂ ਬਣ ਸਕਦਾ। ਸੋ ਜਿਸ ਤਰ੍ਹਾਂ ਸਾਡੇ ਪਾਸ ਫਸਟ ਪਾਰਟ ਹੈ, ਕਲੈਕਸ਼ਨ ਆਫ ਆਲ ਮੰਥਸ ਆਫ ਅ ਈਅਰ ਬਿਗਨਿੰਗ ਵਿਦ ਦੀ ਲੈਟਰ J। ਜਿਹੜੇ ਸਾਲ ਦੇ ਸਾਡੇ ਪਾਸ ਮਹੀਨੇ ਨੇ ਜੇ ਦੇ ਨਾਲ ਸ਼ੁਰੂ ਹੋਣੇ ਚਾਹੀਦੇ ਹਨ, ਜਨਵਰੀ, ਜੂਨ, ਜੁਲਾਈ। ਸੋ ਇਹ ਸੈੱਟ ਬਣ ਸਕਦਾ ਸਾਡੇ ਪਾਸ। ਤਿੰਨ ਮੈਂਬਰ ਹੋਣਗੇ, ਜਨਵਰੀ, ਜੂਨ ਅਤੇ ਜੁਲਾਈ। ਸੋ ਇਹ ਸੈੱਟ ਬਣਦਾ ਹੈ ਜੀ, ਕੰਡੀਸ਼ਨ ਹੈ ਇੱਕ ਪ੍ਰੋਪਰ। ਦੂਸਰਾ, ਕਲੈਕਸ਼ਨ ਆਫ 10 ਮੋਸਟ ਟੈਲੈਂਟਡ ਰਾਈਟਰਸ ਆਫ ਇੰਡੀਆ। ਸੋ ਟੈਲੈਂਟਡ ਤਾਂ ਹਰ ਕੋਈ ਹੈ, ਮੈਂ ਵੀ ਟੈਲੈਂਟਡ ਰਾਈਟਰ ਹਾਂ ਇੱਕ। ਸੋ ਇਸ ਦੇ ਵਿੱਚ ਕਿਹੜੇ ਮੈਂਬਰ ਨੂੰ ਪਾਵਾਂਗੇ ਅਸੀਂ? ਪਹਿਲੇ 10 ਨੂੰ। ਤੁਸੀਂ ਵੀ ਟੈਲੈਂਟਡ ਹੋ, ਸੋ ਇਹ ਵਾਲਾ ਜਿਹੜਾ ਹੈ ਇਹ ਸੈੱਟ ਨਹੀਂ ਬਣ ਸਕਦਾ। ਨੋ, ਹਰ ਕੋਈ ਟੈਲੈਂਟਡ ਆ, ਅਸੀਂ ਕਿਸ ਨੂੰ ਚੂਜ਼ ਕਰਾਂਗੇ ਪਹਿਲੇ 10 ਦੇ ਵਿੱਚ? ਦੀ ਟੀਮ ਆਫ 11 ਬੈਸਟ ਕ੍ਰਿਕਟ ਬੈਟਸਮੈਨ ਆਫ ਦਾ ਵਰਲਡ।
ਸੋ 11 ਬੈਸਟ ਕਰੈਕਟਰ ਚੂਜ਼ ਕਰਨੇ, ਅਸੀਂ ਬੈਟਸਮੈਨ ਚੂਜ਼ ਕਰਨੇ ਨੇ। ਸੋ ਕਿਸ ਨੂੰ ਚੂਜ਼ ਕਰਾਂਗੇ? ਜਿਹੜੇ ਡੱਕ 'ਤੇ ਆਊਟ ਹੁੰਦੇ ਨੇ, 0 'ਤੇ ਆਊਟ ਹੁੰਦੇ ਨੇ, ਉਹ ਵੀ ਆਪਣੇ ਆਪ ਨੂੰ ਬੈਸਟ ਮੰਨਦੇ ਨੇ। ਸੋ ਕੀ ਅਸੀਂ ਉਹਨਾਂ ਨੂੰ ਚੂਜ਼ ਕਰ ਲਈਏ? ਹਰ ਕੋਈ ਆਪਣੇ ਆਪ ਦੇ ਵਿੱਚ ਬੈਸਟ ਹੈ। ਸੋ ਇਹ ਵੀ ਜਿਹੜੀ ਕੰਡੀਸ਼ਨ ਹੈ ਸੈੱਟ ਦੇ ਲਈ ਸਹੀ ਨਹੀਂ ਹੈ। ਅਸੀਂ 11 ਮੈਂਬਰਸ ਜਿਹੜੇ ਆ ਉਹ ਚੂਜ਼ ਨਹੀਂ ਕਰ ਸਕਦੇ ਸੈੱਟ ਦੇ ਵਿੱਚ। ਕਲੈਕਸ਼ਨ ਆਫ ਆਲ ਬॉयਜ਼ ਇਨ ਯੂਅਰ ਕਲਾਸ, ਯੈਸ। +1 ਕਲਾਸ ਹੈ ਸਾਡੀ। +1 ਕਲਾਸ ਦੇ ਵਿੱਚ ਕਿੰਨੇ ਬॉयਜ਼ ਹੋਣਗੇ? ਹੋ ਸਕਦਾ 10 ਹੋਣ, 15 ਹੋਣ, 20 ਹੋਣ। ਹੋ ਸਕਦਾ ਗਰਲਸ ਸਕੂਲ ਹੋਵੇ ਤਾਂ ਮੇਬੀ ਕੋਈ ਲੜਕਾ ਹੋਵੇ ਹੀ ਨਾ, ਤਾਂ ਐਮਪਟੀ ਸੈੱਟ ਹੋ ਜੇ, ਕੋਈ ਬੱਚਾ ਵੀ ਨਾ ਉਸ ਉਹਦੇ ਵਿੱਚ। ਸੋ ਇਹ ਹੋ ਸਕਦਾ ਹੈ, ਇਹ ਕੰਡੀਸ਼ਨ ਸੈਟਿਸਫਾਈ ਕਰਦੀ ਹੈ, ਇਸ ਦੇ ਵਿੱਚ ਮੈਂਬਰਸ ਆ ਸਕਦੇ ਨੇ, ਸਹੀ ਹੈ। ਕਲੈਕਸ਼ਨ ਆਫ ਆਲ ਨੈਚੁਰਲ ਨੰਬਰਸ ਲੈਸ ਦੈਨ 100, 100 ਤੋਂ ਘੱਟ ਵਾਲੇ ਨੈਚੁਰਲ ਨੰਬਰ 1 ਤੋਂ ਲੈ ਕੇ 99 ਲਿਖਣੇ ਨੇ, ਹੋ ਸਕਦਾ ਹੈ ਜੀ। ਕਲੈਕਸ਼ਨ ਆਫ ਨਾਵਲਸ ਰਿਟਨ ਬਾਏ ਦੀ ਰਾਈਟਰ ਮੁਨਸ਼ੀ ਪ੍ਰੇਮ ਚੰਦ। ਸੋ ਮੁਨਸ਼ੀ ਪ੍ਰੇਮ ਚੰਦ ਦੇ ਸਾਨੂੰ ਨਾਵਲਸ ਚਾਹੀਦੇ ਨੇ। ਸੋ ਇਹ ਵੀ ਲਿਮਟਿਡ ਨੇ, ਅਤੇ ਮੁਨਸ਼ੀ ਪ੍ਰੇਮ ਚੰਦ ਦੀਆਂ ਜਿੰਨੀਆਂ ਵੀ ਸਾਡੇ ਪਾਸ ਕਹਿ ਲਓ ਨਾਵਲਸ ਲਿਖੇ ਨੇ ਉਹ ਅਸੀਂ ਇਸ ਸੈੱਟ ਦੇ ਵਿੱਚ ਪਾ ਦਿਆਂਗੇ, ਸਹੀ ਹੈ, ਇਹ ਵੀ ਬਣ ਜਾਏਗਾ ਸੈੱਟ। ਕਲੈਕਸ਼ਨ ਆਫ ਆਲ ਈਵਨ ਇੰਟੀਜਰਸ, ਇਹ ਵੀ ਬਣ ਜਾਏਗਾ। ਈਵਨ ਇੰਟੀਜਰਸ ਲੈਣੇ ਨੇ ਅਸੀਂ। ਕਲੈਕਸ਼ਨ ਆਫ ਕੁਐਸ਼ਚਨਸ ਇਨ ਦਿਸ ਚੈਪਟਰ। ਸੋ ਕਲੈਕਸ਼ਨ ਆਫ ਕੁਐਸ਼ਚਨਸ ਇਨ ਦਿਸ ਚੈਪਟਰ, ਜੇ ਅਸੀਂ ਇਸ ਚੈਪਟਰ ਦੀ ਗੱਲ ਕਰੀਏ, ਜੋ ਸਾਡੇ ਪਾਸ ਬੁੱਕ ਹੈ, ਜੋ ਇਹ ਐਕਸਰਸਾਈਜ਼ ਚੱਲ ਰਹੀ ਹੈ, ਤਾਂ ਸਾਡੇ ਪਾਸ ਫਿਕਸ ਨੇ ਉਹ ਜਿਹੜੇ ਕੁਐਸ਼ਚਨਸ ਨੇ ਇਹ ਵਾਲੇ, ਤਾਂ ਇਹ ਵੀ ਬਣ ਜਾਏਗਾ ਸਾਡੇ ਪਾਸ ਜੇਕਰ ਅਸੀਂ ਇਸ ਬੁੱਕ ਦੇ ਅਕੋਰਡਿੰਗ ਗੱਲ ਕਰੀਏ। ਕਲੈਕਸ਼ਨ ਆਫ ਮੋਸਟ ਡੇਂਜਰਸ ਐਨੀਮਲਸ ਆਫ ਦਾ ਵਰਲਡ। ਸੋ ਮੋਸਟ ਡੇਂਜਰਸ, ਕਿਸ ਨੂੰ ਤੁਸੀਂ ਡੇਂਜਰਸ ਮੰਨੋਗੇ? ਡੇਂਜਰਸ ਇੱਕ ਕੰਪੈਰੇਟਿਵ ਵਰਡ ਹੈ। ਸੋ ਕਈ ਵਾਰ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ, ਹਾਥੀ ਦੇ ਲਈ ਕੀੜੀ ਡੇਂਜਰਸ ਹੋ ਜਾਂਦੀ ਹੈ, ਸੋ ਜਦੋਂ ਕਿ ਕੀੜੀ ਡੇਂਜਰਸ ਨਹੀਂ ਹੈ। ਸੋ ਹਰ ਇੱਕ ਐਨੀਮਲ ਜਿਹੜਾ ਨੇਚਰ ਦੇ ਵਿੱਚ ਡੇਂਜਰਸ ਹੈ, ਡਿਪੈਂਡ ਕਰਦਾ ਸਿਚੁਏਸ਼ਨ ਦੇ ਉੱਪਰ। ਸੋ ਮੋਸਟ ਡੇਂਜਰਸ ਅਸੀਂ ਨਹੀਂ ਕਲੈਕਟ ਕਰ ਸਕਦੇ, ਸੋ ਇਹ ਕੰਡੀਸ਼ਨ ਸਹੀ ਨਹੀਂ ਹੈ। ਸਾਰੇ ਐਨੀਮਲਸ ਨਹੀਂ ਪਾ ਸਕਦੇ ਅਸੀਂ ਇਸ ਸੈੱਟ ਦੇ ਵਿੱਚ। ਕੁਐਸਚਨ ਨੰਬਰ 2 ਈਜ਼ੀ ਹੈ। ਅਸੀਂ ਸਿਰਫ 2 ਸਾਈਨ ਜਿਹੜੇ ਨੇ ਇਨਸਰਟ ਕਰਨੇ ਨੇ ਫਿਲਅਪਸ ਦੇ ਵਿੱਚ। ਬਿਲੋਂਗਸ ਟੂ, ਡਸ ਨਾਟ ਬਿਲੋਂਗਸ ਟੂ। ਸੋ ਆਪਾਂ ਪਹਿਲੇ 2 ਪਾਰਟ ਕਰ ਲੈਂਦੇ ਹਾਂ, ਬਾਕੀ ਤੁਸੀਂ ਖੁਦ ਕਰ ਲਓਗੇ। 5 ਬਿਲੋਂਗ ਕਰਦਾ ਹੈ, 1 2 3 4 5, ਯੈਸ ਬਿਲੋਂਗਸ ਟੂ। 8 6 ਤੱਕ ਐਲੀਮੈਂਟਸ ਨੇ, 8 ਡਜ਼ ਨਾਟ ਬਿਲੋਂਗਸ ਟੂ, 8 ਬਿਲੋਂਗ ਨਹੀਂ ਕਰਦਾ ਹੈ। 5 ਜਿਹੜਾ ਹੈ ਬਿਲੋਂਗ ਕਰਦਾ ਹੈ। ਸੋ 0 ਨਹੀਂ ਕਰਦਾ ਹੈ, 4 ਬਿਲੋਂਗ ਕਰਦਾ ਹੈ, 2 ਬਿਲੋਂਗ ਕਰਦਾ ਹੈ, 10 ਨਹੀਂ ਬਿਲੋਂਗ ਕਰਦਾ ਹੈ। ਕੁਐਸਚਨ ਨੰਬਰ 3 ਡਿਸਕਸ ਕਰਦੇ ਹਾਂ ਆਪਾਂ। ਰਾਈਟ ਦਾ ਫੋਲੋਇੰਗ ਸੈਟਸ ਇਨ ਰੋਸਟਰ ਫਾਰਮ। ਸਾਡੇ ਪਾਸ ਇਹ ਸੈੱਟ ਬਿਲਡਰ ਫਾਰਮ ਦਿੱਤੀ ਹੈ, ਅਸੀਂ ਰੋਸਟਰ ਫਾਰਮ ਲਿਖਣੀ ਹੈ। ਕਹਿਣ ਤੋਂ ਭਾਵ ਕੀ, ਅਸੀਂ ਹਰ ਐਲੀਮੈਂਟ ਲਿਖਣਾ ਹੈ ਇਸ ਦਾ। x is an integer, a is set of all those x such that x is an integer and x must be greater than -3 and less than 7। -3 ਤੋਂ ਵੱਡਾ ਹੋਣਾ ਚਾਹੀਦਾ ਹੈ। ਸੋ -2 -1 0 1 2 3 4 5 6 ਤੱਕ, 7 ਤੋਂ ਛੋਟਾ ਹੋਣਾ ਚਾਹੀਦਾ, ਇੰਟੀਜਰ ਹੈ। ਸੈਕੰਡ B, x is a natural number less than 6। ਨੈਚੁਰਲ 1 ਤੋਂ ਸਟਾਰਟ ਹੁੰਦੇ ਨੇ, ਸੋ 1 ਤੋਂ ਸਟਾਰਟ ਕਰ ਲੈਂਦੇ ਅਸੀਂ। 1 2 3 4 5, ਲੈਸ ਦੈਨ 6 ਤੋਂ ਛੋਟੇ ਹੋਣੇ ਚਾਹੀਦੇ ਨੇ। C, x is a 2-digit natural number such that sum of its digits is 8। 2 ਡਿਜਿਟ ਨੰਬਰ ਲੈਣਾ ਹੈ ਅਤੇ ਸਮ ਡਿਜਿਟਸ ਦਾ ਸਮ ਕੀ ਹੋਣਾ ਚਾਹੀਦਾ? 8 ਹੋਣਾ ਚਾਹੀਦਾ। ਸੋ 8 17 71 ਹੋ ਜਾਏਗਾ, 26 62 ਹੋ ਜਾਏਗਾ, 35 53 ਹੋ ਜਾਏਗਾ। ਹੋਰ ਕੀ ਹੋ ਸਕਦਾ? 44 2 ਡਿਜਿਟ ਨੰਬਰ, 80 80। ਜੇ ਕੋਈ ਰਹਿ ਗਿਆ ਹੈ ਤਾਂ ਤੁਸੀਂ ਪਲੀਜ਼ ਚੂਜ਼ ਕਰ ਲੈਣਾ, ਵੈਸੇ ਆਲਮੋਸਟ ਸਾਰੇ ਹੋ ਗਏ ਨੇ। ਸੋ ਸਾਨੂੰ 2 ਡਿਜਿਟ ਨੰਬਰ ਚਾਹੀਦੇ ਸੀ ਜਿਨ੍ਹਾਂ ਦਾ ਸਮ ਡਿਜਿਟਸ ਦਾ ਸਮ ਕੀ ਹੋਣਾ ਚਾਹੀਦਾ ਸੀ? 8 ਹੈ, ਅਸੀਂ ਲਿਖਤੀ ਹੈ ਇਸ ਦੀ ਟੇਬਲਰ ਫਾਰਮ। x is a prime number which is divisor of 60। ਪ੍ਰਾਈਮ ਨੰਬਰ ਚਾਹੀਦਾ ਹੈ ਅਤੇ 60 ਦਾ ਫੈਕਟਰ ਹੋਣਾ ਚਾਹੀਦਾ ਹੈ। ਸੋ 2 'ਤੇ ਡਿਵਾਈਡ ਹੁੰਦਾ 60, 3 'ਤੇ ਵੀ ਡਿਵਾਈਡ ਹੁੰਦਾ 4 'ਤੇ ਵੀ ਹੈ, 4 ਪ੍ਰਾਈਮ ਨਹੀਂ ਹੈ। 5 ਪ੍ਰਾਈਮ ਹੈ, 6 'ਤੇ ਡਿਵਾਈਡ ਹੁੰਦਾ 6 ਪ੍ਰਾਈਮ ਨਹੀਂ ਹੈ। 7 'ਤੇ ਡਿਵਾਈਡ ਨਹੀਂ ਹੁੰਦਾ ਹੈ, 8 'ਤੇ ਡਿਵਾਈਡ ਨਹੀਂ ਹੁੰਦਾ ਹੈ, 9 'ਤੇ ਨਹੀਂ ਹੁੰਦਾ ਹੈ, 10 'ਤੇ ਨਹੀਂ ਹੁੰਦਾ ਹੈ, 11 'ਤੇ ਨਹੀਂ ਹੁੰਦਾ ਹੈ, 12 'ਤੇ ਹੋ ਰਿਹਾ, ਬਟ 12 ਜਿਹੜਾ ਹੈ ਉਹ ਪ੍ਰਾਈਮ ਨਹੀਂ ਹੈ। ਸੋ 2 3 5 3 ਮੈਂਬਰਸ ਹੀ ਆਣੇ ਨੇ ਇਹਦੇ ਵਿੱਚ। ਸੈੱਟ ਆਫ ਆਲ ਲੈਟਰਸ ਆਫ ਵਰਡ ਟ੍ਰਿਗਨੋਮੈਟਰੀ, ਆਪਾਂ ਨੇ ਇਕੱਲੇ ਨੂੰ ਲਿਖਣਾ, TRIG, ਰਿਪੀਟ ਨਹੀਂ ਕਰਨਾ ਹੈ। ਕਿਸੇ ਵੀ ਆਰਡਰ ਦੇ ਵਿੱਚ ਲਿਖ ਦਿਓ, ਕੋਈ ਇਸ਼ੂ ਨਹੀਂ ਹੈ। ਆਰਡਰ ਮੈਟਰ ਨਹੀਂ ਕਰਦਾ ਹੈਗਾ ਸੈੱਟ ਦੇ ਵਿੱਚ। ਈਵਨ 5 3 2 ਲਿਖ ਸਕਦੇ ਸੀ, ਕੋਈ ਇਸ਼ੂ ਨਹੀਂ ਹੈ। ਇਸ ਗੱਲ ਦਾ ਧਿਆਨ ਰੱਖਣਾ, ਜਦੋਂ ਕਦੇ ਵੀ ਸੈੱਟ ਲਿਖਣਾ ਹੈ ਉਹਦੇ ਵਿੱਚ ਆਰਡਰ ਪਰ ਫੋਕਸ ਨਹੀਂ ਕਰਨਾ ਹੈ।
ट्रिग्नोमैट्री का कल्ला कल्ला शब्द लिखना है। इसी तरह सैट ऑफ ऑल लैटर्स ऑफ द वर्ड बैटर, बी लिखना है, टी लिखना है, ई लिखना है तो आर लिखना है। सो ये कल्ले कल्ले लिख देना है। क्वेश्चन नंबर 4 ਦੇ ਵਿੱਚ ਸਾਡੇ ਪਾਸ है राइट द फॉलोइंग सैट्स इन द सैट बिल्डर फॉर्म। सो इन्हों की सैट बिल्डर फॉर्म लिखनी है असी। क्वेश्चन नंबर 4 जोड़ा है बाकी क्वेश्चन के नालों थोड़ा जिहा डिफरेंट है, औखा है। सानू सैट के जोड़े मैंबरस ने वो गिवन ने 3, 6, 9, 12। सो असी इसनों सैट बिल्डर फॉर्म के लिखना है ए इज़ अ सैट ऑफ ऑल दोज एक्स सच दैट वट इज़ एक्स, एक्स इज़ इक्वल टू वट इज़ एक्स, की रिलेशन दिखता है तुहानूं एक्स दे विच। एक्स इज़ इक्वल टू 3 द मल्टीपल है देखो 3, 6, 9, 12, 3 टाइम्स ऑफ सम नंबर n सच दैट n की होगा, n इज़ नैचुरल, n जोड़ा है नैचुरल नूं बिलोंग करना चाहिए एंड नैचुरल नंबर है 3 × 1 3, 3 × 2 6, 3 × 3 9, n मीनस 1 तो स्टार्ट होया नैचुरल नंबर होया एंड n की होना चाहिए स्ट्रिक्टली लैस दैन 5। x की एक x इज़ इक्वल टू 3n, ए इज सेट ऑफ ऑल दोज x सच दैट x की है x इज़ इक्वल टू 3 × n वेयर n इज़ अ नैचुरल, n एक नैचुरल नंबर है। नैचुरल स्टार्ट कितों होने एक तो, सो 3 × 1 इज़ 3, 3 × 2 इज़ 6, 3 × 3 इज़ 9, 3 × 4 इज़ 12 एंड n मस्ट बी लैस दैन 5। सो n जो 5 तो छोटा होना चाहिए। इसी तरह पार्ट सैकेंड साढ़े पास 2, 4, 8, 16, 32। सो 2 स्केयर इज़ 4, 2 क्यूब इज़ 8, 2 रेज़ टू पावर 4 इज़ 16, 2 रेज़ टू पावर 5 इज़ 32। सो साढ़े पास रिलेशन की बन जाता 2 दी पावर दे विच बनता है। सो ए इज़ सैट ऑफ ऑल दोज एक्स सच दैट एक्स इज़ इक्वल टू एक्स की है 2 रेज़ टू पावर n, 2 रेज़ टू पावर n दे विच है कित्थों स्टार्ट करिया सी 2 दी पावर 1। सो n की होया नैचुरल नंबर, सो n बिलोंग्स टू नैचुरल नंबर। n कित्थे तक जा रही है वैल्यू पावर 1, पावर 2, पावर 3, पावर 4, पावर 5। ਜਾਂ ਤਾਂ ਅਸੀਂ ਲਿਖਾਂਗੇ n ਲੈਸ ਦੈਨ ਇਕੁਅਲ ਟੂ 5 ਜਾਂ n ਸਟ੍ਰਿਕਟਲੀ ਲੈਸ ਦੈਨ 6 ਤੋਂ ਛੋਟਾ ਹੋਣਾ ਚਾਹੀਦਾ ਹੈ। ਸੋ ਇਹ ਸੈੱਟ ਬਿਲਡਰ ਫਾਰਮ ਹੋਊਗੀ ਸਾਡੇ ਪਾਸ। ਜੇ ਅਸੀਂ ਲੈਸ ਦੈਨ ਇਕੁਅਲ ਟੂ ਦਾ ਸਾਈਨ ਵਰਤਣਾ ਫਿਰ ਇੱਥੇ 5 ਆਏਗਾ। ਆਲਮੋਸਟ ਸੇਮ ਹੀ ਸਾਡੇ ਪਾਸ ਪਾर्ट 3 है 5 रेज़ टू पावर 1, 5 स्केयर, 5 क्यूब, 5 रेज़ टू पावर 4। So A is set of all those x such that x is equal to 5 raised to power n. What is n? n is a natural number. n belongs to set of naturals. In n is a natural. इसनूं तुसीं इंग्लिश भी लिख सकते हो n is a natural number such that n जिहड़ा नंबर है n किस तो छोटा होना चाहिए या तो स्ट्रिक्टली लैस दैन 5 ਜਾਂ ਲੈਸ ਦੈਨ ਇਕੁਅਲ ਟੂ 4। ਇੱਥੇ ਆਪਾਂ ਸਟ੍ਰਿਕਟਲੀ ਲੈਸ ਦੈਨ ਲਿਆ, ਆਪਾਂ ਇੱਥੇ ਲੈਸ ਦੈਨ ਇਕੁਅਲ ਟੂ ਯੂਜ਼ ਕਰ ਲੈਂਦੇ ਹਾਂ। n ਕੀ ਹੋਣਾ ਚਾਹੀਦਾ ਇੱਕ ਨੈਚੁਰਲ ਨੰਬਰ ਹੋਣਾ ਚਾਹੀਦਾ ਹੈ। n 5 ਰੇਜ਼ ਟੂ ਪਾਵਰ 1 5, 5 ਰੇਜ਼ ਟੂ ਪਾਵਰ 2 25, 5 ਰੇਜ਼ ਟੂ ਪਾਵਰ 3 125, 5 ਰੇਜ਼ ਟੂ ਪਾਵਰ 4 625। n ਜਿਹੜਾ ਹੈ ਇਹੀ ਵੈਲਿਊਜ਼ ਲੈ ਸਕਦਾ ਹੈ। ਸੋ ਇਹ ਸਾਡੀ ਕੀ ਹੋ ਗਈ ਹੈ ਸੈੱਟ ਬਿਲਡਰ ਫਾਰਮ ਹੋ ਗਈ ਹੈ। ਇਸ ਦੇ ਵਿੱਚ ਕਿੱਦਾਂ ਦੇ ਐਲੀਮੈਂਟ ਆ ਰਹੇ ਨੇ 5 रेज़ टू पावर n टाइप के एलीमेंट जोड़े ने वो आ रहे हैं साढ़े को। पार्ट 4 भी देख लें आप। पार्ट 4 जो ईजी है। सो जो मैं ध्यान देखा 2, 4, 6 सो ये ईवन ने तो होर की नाल नैचुरल नंबरस ने। सो ए इज़ सैट ऑफ ऑल दोज एक्स सच दैट एक्स इज़ एन ईवन नैचुरल नंबर। ईवन नैचुरल नंबरस ने 2, 4, 6, 8, 10 जिस्त ने सारे ये। पार्ट 5 1, 4, 9 तो लास्ट भी सॉरी इतने साढ़े पास है 100। सो ये साढ़े पास की ने 1, 1 स्केयर, 4, 2 स्केयर, 9, 3 स्केयर वाधे जा रहे हैं अप टू 100, 10 स्केयर। 1 का वर्ग है, 2 का वर्ग है, 3 का वर्ग है तो यह
10 का वर्ग है। सो एक्स की बन जाता साढ़े पास, एक्स साढ़े पास वर्ग बन जाता है, स्केयर बन जाता है किस दा, 1 तो स्टार्ट हो रहा है, नैचुरल नंबरस का स्केयर बन जाता साढ़े पास। ईवन -1 का स्केयर भी +1 होंगे साढ़े पास। असी इंटीजरस फॉर्म के लिख सकते हैं, बट वो जीरो साढ़े कोल मिस हो जाएगी। सो सानू नैचुरल नंबर के ही लिखना चाहिए है। सो एक्स ए सैट ऑफ ऑल दोज एक्स सच दैट एक्स इज इक्वल टू n स्केयर सच दैट n बिलोंग्स टू नैचुरल नंबर n एंड n मस्ट बी लैस दैन इक्वल टू 10। n जोड़ा है नैचुरल नंबर है, सो जो नैचुरल नंबर है 1 तो स्टार्ट होएगा। सो 1 स्केयर इज़ 1, जिमें इत्थे नैचुरल नंबर की जगह तो 1 की जगह तो इत्थे नीचे 2 लिखते हैं, 2 स्केयर 2 का वर्ग 4, इत्थे 3 लिखते हैं, n 10 तो छोटा भरना है, 3 का वर्ग 9, 4 भरते हैं 16, 5 भरते हैं 25। सो जिमें 10 भरते हैं 10 का वर्ग कितना आएगा 100 आएगा। सो 10 तक के लेके जाना आपाने, 10 तो वड्डा नहीं ले जा सकते असी। लैस दैन इक्वल टू के 10 भर सकते हैं, इक्वल टू द साइन है। सो ये साडी हो गई है सैट बिल्डर फॉर्म। ये असीं एक रिलेशन एक कोई इन्हां दे विच कॉमन प्रॉपर्टी जिहड़ी वो फाइंड की लभी है, तो इसनूं इहदे विच लिखता है इन्हां नंबरस नूं। सो पार्ट 5 जिहड़ा क्वेश्चन नंबर 5 ते 6 है वो काफ़ी ईजी ने, बस क्विकली डिस्कस कर लेने आपां। सो क्वेश्चन नंबर 5 साडे पास असीं सिर्फ एलीमेंट्स लिखने ने। सो कहण तो भाव की है साडे पास सैट बिल्डर फॉर्म दित्ती हुई है, असीं इसनूं रोस्टर फॉर्म दे विच लिखना है, टैबुलर फॉर्म दे विच लिखना है। ए सैट ऑफ ऑल दोज एक्स सच दैट एक्स इज एन ऑड नैचुरल नंबर। ऑड टांक संख्या होनी चाहिए, 1 तो स्टार्ट होएगा नैचुरल नंबर 1 3 5 7 9, इदां दे इहदे विच एलीमेंट्स जिहड़े ने वो होणगे ऑड नैचुरल नंबरस। एक्स इज एन इंटीजर, -½ तो वड्डा होना चाहिए, 9½ तो छोटा होना चाहिए, -½ तो वड्डा, -½ तो वड्डा की होएगा 0, 9/2 दैट मीनस 4.5, 4.5 तो छोटा, 4 तक ही जावांगे आप। एक्स स्केयर मस्ट बी लैस दैन इक्वल टू 4, जिहड़ा एक्स की है इंटीजर है, सो 4 के वर्ग तो छोटा होना चाहिए। 0 का स्केयर भी 0 है, छोटा है। 1 का स्केयर, -1 का स्केयर, 2 का स्केयर, -2 का स्केयर, सो सारी 4 तो घट ने। -2 का स्केयर 4 होंदा है, -1 का स्केयर +1 होंदा, 0 का स्केयर 0 होंदा, 1 का स्केयर 1 होंदा, 2 का स्केयर 4 होंदा है। ये वाले 5 एलीमेंट्स इस दे विच आउणगे। एक्स इज द लैटर इन द वर्ड लॉयल, सो लॉयल लिख दो, एल लिख दो, ओ लिख दो, वाई लिख दो, ए लिख दो। एल साडा आ गया, एल लिखण की दोबारा लोड़ नहीं है। ई एक्स इज़ अ मंथ ऑफ ईयर नॉट हैविंग 31 डेज, 31 दिन नहीं होने चाहिए। फरवरी हो सकती है, अप्रैल हो सकता है, जून हो सकता है, सितंबर, नवंबर, 5 महीने आएंगे साढ़े कोल। बाकी के 7 महीनों के 31 दिन ने, 31 नहीं होने चाहिए। सो 5 मंथ्स फरवरी तो शुरू कर लेने ने, फरवरी, मार्च 31 का है, अप्रैल, जून, सितंबर तो नवंबर, 5 महीने इस सैट के लिख देने आपने। एक्स इज़ ए कॉन्सोनेंट इन द इंग्लिश अल्फाबैट विच प्रोसीड्स विद के, असी कॉन्सोनेंट्स लिखने ने, वॉवल्स नहीं लिखने, के तो पिछे वाले लिखने ने। सो ए वॉवल है, बी सी डी, ई नहीं लिखना, ई वॉवल है, बी सी डी ई एफ जी एच आई वॉवल है, जे के तो पिछले लिखने सी, असीं हो गए सारे साडे। क्वेश्चन नंबर 6 के रोस्टर फॉर्म में असीं सैट बिल्डर फॉर्म के मैच करना है। 1 2 3 6 चैक कर लो। एक्स इज़ अ प्राइम नंबर एंड ए डिवाइजर ऑफ 6, ये मैच हो जाना है। प्राइम नंबर भी है तो डिवाइजर ऑफ 6 भी है, सॉरी ये 6 साडा प्राइम नहीं है। सो 2 3 मैच होएगा। एक्स इज़ अ प्राइम एंड डिवाइजर ऑफ 6, ठीक है जी। एक्स इज़ अ नैचुरल नंबर, नैचुरल 1 2 3 6 आर नैचुरल एंड डिवाइजर ऑफ 6, सो ये मैच हो जाएगा सी दे नाल। मैथेमैटिक्स ये तो क्लीयर ही है, ये मैच होना है लास्ट नाल। एक्स इज़ ऑड नैचुरल नंबर, ये ऑड ने सारी, सो ये तीजे नाल मैच होएगा 3 दे नाल, बी दे नाल, सॉरी ऑड नैचुरल नंबर लैस दैन 10 दे नाल, इस दे नाल मैच होएगा। सो एक्सरसाइज काफ़ी ईजी है। उम्मीद है दोस्तों तुहानूं जिहड़ा टॉपिक है वो समझ आया होगा। नैक्सट वीडियो के विच असीं एक्सरसाइज 1.2 शुरू करन तो पहला उसके रिगार्डिंग जिन्नी भी इन्फॉर्मेशन है तुहाडे नाल शेयर करांगे। सो उम्मीद है तुहानूं सैट्स के जिहड़े बेसिक्स ने कि सैट नूं लिखना किस तरह है, किहड़ियां 2 फॉर्म्स दे विच लिखना है,
ਕਿਸ ਤਰ੍ਹਾਂ ਬਿਲੋਂਗਸ ਟੂ ਨਾਟ ਬਿਲੋਂਗਸ ਟੂ ਦਾ ਜਿਹੜਾ ਸਾਈਨ ਹੈ ਯੂਜ਼ ਕਰਨਾ ਹੈ, ਕਿਹੜਾ ਸਾਈਨ ਹੈ, ਕਿਸ ਤਰ੍ਹਾਂ ਸੈੱਟ ਨੂੰ ਰੀਡ ਆਊਟ ਕਰਨਾ ਹੈ। ਸੈੱਟ ਦੇ ਲਈ ਅਸੀਂ ਅਲਫਾਬੈਟ ਜਿਹੜਾ ਹੈ ਵੱਡਾ ਯੂਜ਼ ਕਰਨਾ ਹੈ, ਐਲੀਮੈਂਟਸ ਦੇ ਲਈ ਅਸੀਂ ਛੋਟਾ ਯੂਜ਼ ਕਰਨਾ ਹੈ। ਸੋ ਇਹ ਇੱਦਾਂ ਦੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਐਕਸਰਸਾਈਜ਼ 1.2 ਅਤੇ ਉਸ ਦੇ ਰਿਗਾਰਡਿੰਗ ਜਿੰਨੀ ਵੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਾਂਗੇ। ਜੇਕਰ ਵੀਡੀਓ ਅੱਛੀ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜੋ ਨੇ ਉਹ ਮਿਲਦੇ ਰਹਿਣ। ਚੈਨਲ 'ਤੇ ਆਉਣ ਲਈ ਧੰਨਵਾਦ।